ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਪੰਜਵਾ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅਕ ਕੰਠ, ਬਿਰਹਿ ਵਿਛੋੜਾ ਧਣੀ ਸਿਉ, ਨਾਨਕ ਸੰਸਹਿ ਗੰਠ। ਮਹਿਲਾ ਪੰਜਵਾ। ਵਿਸਾਰ ਦੇ ਮਰ ਗਏ, ਮਰ ਭੇ ਨ ਸਕੈ ਮੂਲ, ਬੇਮੁਖ ਹੋਏ ਰਾਮ ਤੇ, ਜਿਉ ਤਸਕਰ ਉਪਰ ਸੂਲ। ਪੌੜੀ ਸੁਖ ਨਿਧਾਨ ਪ੍ਰਭ ਏਕ ਹੈ, ਅਵਨਾਸ਼ੀ ਸੁਣਿਆ। ਜਲ ਥਲ ਮਹੀਅਲ ਪੂਰਿਆ, ਘਟ ਘਟ ਹਰਸ ਭਣਿਆ। ਊਚ ਨੀਚ ਸਭ ਇੱਕ ਸਮਾਨ, ਕੀਟ ਹਸਤੀ ਬਣਿਆ। ਕੀਟ ਹਸਤੀ ਬਣਿਆ, ਮੀਤ ਸਖਾ ਸੁਤ ਬੰਧਿਪੋ, ਸਭ ਤਿਸ ਦੇ ਜਣਿਆ। ਤੁਸ ਨਾਨਕ ਦੇਵੈ ਜਿਸ ਨਾਮ, ਤਿਨ ਹਰ ਰੰਗ ਮਣਿਆ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਬਹੁਤ ਹੀ ਵਡਭਾਗੇ ਹਾਂ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕੀ ਬਾਰ, ਮਹਿਲਾ ਪੰਜਵਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 319। ਆਓ ਗੁਰਮੁਖੋ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਕੇ ਦਰਬਾਰ ਅੰਦਰ ਸਜ ਕੇ ਜੁੜ ਕੇ ਜਿੰਨੀ ਵੀ ਸੰਗਤ ਬੈਠੀ ਹੈ, ਆਓ ਫਤਿਹ ਨਾਲ ਪਾਈਏ ਸਾਂਝ। ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਸ਼ਲੋਕਾਂ ਰਾਹੀਂ ਵਿਚਾਰ ਸਾਡੇ ਸਨਮੁਖ ਰੱਖ ਰਹੇ ਨੇ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਸ਼ਲੋਕ ਮਹਿਲਾ ਪੰਜਵਾ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅਕ ਕੰਠ, ਬਿਰਹਿ ਵਿਛੋੜਾ ਧਣੀ ਸਿਉ, ਨਾਨਕ ਸੰਸਹਿ ਗੰਠ। ਸਤਿਗੁਰੂ ਮਹਾਰਾਜ ਨੇ ਇੱਕ ਉਦਾਹਰਨ ਦਿੱਤੀ ਹੈ ਜੀ ਅੱਕ ਦੀ। ਆਮ ਕਰਕੇ ਅੱਕ ਦਾ ਬੂਟਾ ਆਪਾਂ ਸਾਰਿਆਂ ਨੇ ਵੇਖਿਆ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬੜੀ ਕਮਾਲ ਦੀ ਤੇ ਬੜੀ ਸੌਖੀ ਉਦਾਹਰਨ ਸਾਡੇ ਸਨਮੁਖ ਰੱਖੀ ਹੈ। ਇੱਕ ਪਾਤਸ਼ਾਹ ਜੀ ਇੱਥੇ ਵਿਚਾਰ ਰੱਖ ਰਹੇ ਨੇ, ਜਦੋਂ ਬੰਦਾ ਆਪਣੇ ਮੁੱਢ ਨਾਲੋਂ ਆਪਣੇ ਮੂਲ ਨਾਲ ਟੁੱਟ ਜਾਂਦਾ ਨਾ, ਉਹਦੀ ਹਾਲਤ ਖੱਖੜੀ ਵਰਗੀ ਹੋ ਜਾਂਦੀ ਹੈ। ਸਾਡਾ ਮੂਲ, ਸਾਡਾ ਮੁੱਢ ਗੁਰਬਾਣੀ ਹੈ। ਸਾਡਾ ਮੂਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਹੈ। ਜਿਵੇਂ ਅੱਕ ਦੀ ਡਾਲ ਨਾਲੋਂ ਟੁੱਟ ਕੇ ਅੱਕ ਦੀਆਂ ਜਿਹੜੀਆਂ ਖੱਖੜੀਆਂ ਨੇ ਖਿਲਰ ਜਾਂਦੀਆਂ ਨੇ, ਉੱਡਣ ਲੱਗ ਪੈਂਦੀਆਂ ਨੇ, ਸੁੱਕ ਕੇ
ਤਿਵੇਂ ਪ੍ਰਭੂ ਚਰਨਾਂ ਤੋਂ ਟੁੱਟੇ ਹੋਏ ਮਨ ਨੂੰ ਸੈਂਕੜੇ ਚਿੰਤਾ ਫਿਕਰ ਭਟਕਾਉਂਦੇ ਰਹਿੰਦੇ ਨੇ। ਗੁਰੂ ਸਾਹਿਬ ਨੇ ਉਦਾਹਰਨ ਬੜੀ ਕਮਾਲ ਦੀ ਦਿੱਤੀ ਹੈ ਜੀ। ਖੱਖੜੀਆਂ ਸੁਹਾਵੀਆਂ ਲੱਗਣੀਆਂ ਅੱਕ ਕੰਠ। ਖੱਖੜੀ ਸੋਹਣੀ ਲੱਗਦੀ ਹੈ, ਅੱਕ ਦੇ ਬੂਟੇ ਤੇ ਲੱਗੀ ਖੱਖੜੀ ਆ ਨਾ, ਸੋਹਣੀ ਲੱਗਦੀ ਹੈ ਕਦੋਂ? ਜਦੋਂ ਅੱਕ ਨਾਲ ਲੱਗੀ ਹੋਈ ਹੈ। ਜਦੋਂ ਉਸ ਨੂੰ ਅੱਕ ਨਾਲ ਤੋੜ ਲਿਆ ਜਾਂਦਾ ਹੈ ਜੀ ਤਾਂ ਉਹ ਸੁੱਕਦੀ ਹੈ, ਕੁਮਲਾ ਜਾਂਦੀ ਹੈ। ਸੁੱਕ ਕੇ ਉਹਦੇ ਵਿੱਚੋਂ ਨਾ ਤੁੰਬਾ ਕਰਕੇ ਉਹ ਸਾਰੀ ਖਿਲਰ ਜਾਂਦੀ ਹੈ। ਗੁਰੂ ਸਾਹਿਬ ਨੇ ਉਦਾਹਰਨ ਭਾਵੇਂ ਇੱਕ ਅੱਕ ਦੇ ਬੂਟੇ ਦੀ ਲਈ ਹੈ, ਖੱਖੜੀ ਦੀ ਲਈ ਹੈ, ਪਰ ਗੁਰਬਾਣੀ ਇਨਸਾਨ ਦੇ ਲਈ ਹੈ, ਬੰਦੇ ਖਾਤਰ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਜਿਵੇਂ ਉਸ ਖੱਖੜੀ ਦਾ ਅੱਕ ਨਾਲ ਵਿਛੋੜਾ ਪੈਂਦਾ ਨਾ, ਕਿੰਨੇ ਉਹਨੂੰ ਦੁੱਖ ਭੋਗਣੇ ਪੈਂਦੇ ਨੇ। ਜਦੋਂ ਆਪਣੇ ਮੂਲ ਨਾਲ, ਆਪਣੇ ਮੁੱਢ ਨਾਲ ਜੁੜੀ ਹੋਈ ਸੀ, ਸੋਹਣੀ ਲੱਗਦੀ ਸੀ, ਚੰਗੀ ਲੱਗਦੀ ਸੀ। ਜਦੋਂ ਆਪਣਾ ਮੂਲ ਛੱਡ ਦਿੱਤਾ, ਆਪਣਾ ਮੁੱਢ ਛੱਡ ਦਿੱਤਾ, ਸੁੱਕ ਕੇ ਕੁਮਲਾ ਗਈ, ਸੁੱਕ ਗਈ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਸੇ ਅੱਕ ਲਈ ਬਾਣੀ ਨਹੀਂ ਲਿਖੀ, ਕਿਸੇ ਖੱਖੜੀ ਲਈ ਬਾਣੀ ਨਹੀਂ ਲਿਖੀ। ਬਾਣੀ ਬੰਦੇ ਵਾਸਤੇ ਲਿਖੀ ਹੈ, ਮਨੁੱਖ ਵਾਸਤੇ ਲਿਖੀ ਹੈ। ਮਹਾਰਾਜ ਇੱਥੇ ਗੱਲ ਕਰਦੇ ਪਏ ਨੇ, ਹੇ ਬੰਦਿਆ, ਹੇ ਮਨੁੱਖ, ਜਦੋਂ ਤੂੰ ਆਪਣੇ ਮੂਲ ਨਾਲ ਟੁੱਟ ਗਿਆ ਨਾ, ਮੁੱਢ ਨਾਲ ਟੁੱਟ ਗਿਆ, ਪਾਤਸ਼ਾਹ ਜੀ ਕਹਿੰਦੇ ਤੇਰੀ ਹਾਲਤ ਵੀ ਖੱਖੜੀ ਵਰਗੀ ਹੋ ਜਾਣੀ ਹੈ। ਬਿਰਹਿ ਵਿਛੋੜਾ ਧਣੀ ਸਿਉ। ਧਣੀ ਦਾ ਅਰਥ ਹੁੰਦਾ ਜੀ ਮਾਲਕ, ਖਸਮ। ਤੇਰਾ ਮਾਲਕ ਦੇ ਨਾਲੋਂ, ਖਸਮ ਦੇ ਨਾਲੋਂ ਵਿਛੋੜਾ ਪੈ ਜਾਵੇਗਾ। ਨਾਨਕ ਸੰਸੈ ਗੰਠ। ਸਤਿਗੁਰ ਮਹਾਰਾਜ ਕਹਿੰਦੇ ਹਜ਼ਾਰਾਂ ਹੀ ਗੰਢਾਂ ਤੁੰਬਾ ਕਰਕੇ ਖਿਲਰ ਜਾਵੇਂਗਾ। ਸਤਿਗੁਰ ਮਹਾਰਾਜ ਨੇ ਇੱਥੇ ਸ਼ਲੋਕ ਅੰਦਰ ਜਿਹੜੀ ਗੱਲ ਕੀਤੀ ਹੈ ਸਾਡੇ ਸਾਹਮਣੇ ਜੀ, ਗੁਰੂ ਸਾਹਿਬ ਨੇ ਉਸ ਮੂਲ ਦੀ, ਮੁੱਢ ਦੀ ਗੱਲ ਕੀਤੀ ਹੈ, ਸ਼ਬਦ ਦੀ ਗੱਲ ਕੀਤੀ ਹੈ, ਜੋ ਸਾਨੂੰ ਸਾਰਿਆਂ ਨੂੰ ਜੁੜਨਾ ਚਾਹੀਦਾ ਹੈ। ਸਿੰਪਲ ਜੀ ਆਪਾਂ ਵਿਚਾਰ ਬੜੇ ਸੌਖੇ ਸ਼ਬਦਾਂ ਵਿੱਚ ਕਰਦੇ ਹਾਂ ਤਾਂ ਕਿ ਹਰ ਇੱਕ ਪ੍ਰਾਣੀ ਦੇ ਸਮਝ ਆਵੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਆਪਣੇ ਮੂਲ ਨਾਲੋਂ ਕਦੇ ਟੁੱਟੀ ਨਾ। ਜਿਹੜੇ ਬੰਦੇ ਆਪਣੇ ਮੂਲ ਨਾਲੋਂ ਟੁੱਟ ਜਾਂਦੇ ਨੇ ਨਾ, ਮੁੱਢ ਨਾਲ ਟੁੱਟ ਜਾਂਦੇ ਨੇ, ਉਹ ਜ਼ਿੰਦਗੀ ਵਿੱਚ ਕੁਝ ਵੀ ਹਾਸਲ ਨਹੀਂ ਕਰ ਸਕਦੇ ਸਿਵਾਏ ਭਟਕਣਾ ਤੋਂ। ਕੇਵਲ ਜ਼ਿੰਦਗੀ ਵਿੱਚ ਭਟਕਣਾ ਪੱਲੇ ਪੈ ਜਾਂਦੀ ਹੈ, ਚਿੰਤਾ ਝੋਰਾ ਪੱਲੇ ਪੈ ਜਾਂਦਾ ਹੈ, ਕਿਉਂਕਿ ਆਪਣਾ ਮੁੱਢ, ਆਪਣਾ ਮੂਲ ਛੱਡ ਦਿੱਤਾ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਜਦੋਂ ਪ੍ਰਾਣੀ ਮਨੁੱਖ ਦਾ ਮਨ ਪਰਮਾਤਮਾ ਦੇ ਸ਼ਬਦ ਨਾਲ ਟੁੱਟਦਾ ਹੈ, ਗੁਰੂ ਦੇ ਗਿਆਨ ਤੋਂ ਟੁੱਟਦਾ ਹੈ, ਗੁਰੂ ਦੀ ਵਿਚਾਰ ਤੋਂ ਟੁੱਟਦਾ ਹੈ, ਤਾਂ ਮਨੁੱਖ ਵੀ ਖਿਲਰ ਜਾਂਦਾ ਹੈ, ਤਾਂ ਮਨੁੱਖ ਵੀ ਭਟਕਣਾ ਦੇ ਵਿੱਚ ਪੈ ਕੇ ਸੱਚੇ ਮਾਰਗ ਤੋਂ ਥਿੜਕ ਜਾਂਦਾ ਹੈ, ਗੁਰੂ ਵਾਲੀ ਚਾਲ ਤੋਂ ਥਿੜਕ ਜਾਂਦਾ ਹੈ। ਜਿਹੜੀ ਚਾਲ ਚੱਲਣ ਵਾਸਤੇ ਗੁਰਬਾਣੀ ਕਹਿੰਦੀ ਹੈ, ਜਿਹੜੇ ਬਚਨਾਂ ਤੇ ਪਹਿਰਾ ਦੇਣ ਵਾਸਤੇ ਗੁਰਬਾਣੀ ਕਹਿੰਦੀ ਹੈ, ਬੰਦਾ ਬਿਖਰ ਜਾਂਦਾ, ਟੁੱਟ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰਬਾਣੀ ਅੰਦਰ ਥਾਂ ਪਰ ਥਾਂ ਹੀ ਗੱਲ ਆਖੀ ਹੈ ਵੀ ਆਪਣੇ ਮੂਲ ਦੀ ਪਛਾਣ ਕਰ, ਆਪਣੀ ਵਿਰਾਸਤ ਦੀ, ਆਪਣੇ ਸੱਭਿਆਚਾਰ ਦੀ, ਆਪਣੇ ਵੱਡੇ ਪੁਰਖਿਆਂ ਦੀ ਕੁਰਬਾਨੀ ਨੂੰ ਯਾਦ ਕਰ, ਪਛਾਣ ਉਹਨਾਂ ਨੂੰ। ਸਾਡੇ ਤਾਂ ਮਨਾਂ ਅੰਦਰੋਂ ਭੁਲਾ ਦਿੱਤੀ ਜੀ। ਅਸਲ ਜੋ ਸਾਡੇ ਰੋਲ ਮਾਡਲ ਬਣਨੇ ਚਾਹੀਦੇ ਸੀ, ਜੋ ਜਿਨ੍ਹਾਂ ਨੂੰ ਅਸੀਂ ਅਪਣਾਉਣਾ ਸੀ, ਜਿਨ੍ਹਾਂ ਨੂੰ ਸਭ ਕੁਝ ਬਣਾਉਣਾ ਸੀ, ਉਹਨਾਂ ਨੂੰ ਵਿਸਾਰ ਕੇ ਬੈਠੇ ਹਾਂ। ਜਿਨ੍ਹਾਂ ਦੇ ਸਿਰ ਤੇ ਆਰੇ ਚੱਲੇ, ਜਿਨ੍ਹਾਂ ਦੀਆਂ ਖੋਪਰੀਆਂ ਲਾ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਤੱਤੀਆਂ ਤਵੀਆਂ ਤੇ ਵਹਾਇਆ ਗਿਆ, ਬੰਦ ਕੱਟ ਦਿੱਤਾ ਗਿਆ। ਕਿੰਨਾ ਤਸ਼ੱਦਦ ਉਹਨਾਂ ਨੇ ਆਪਣੇ ਪਿੰਡੇ ਤੇ ਹੰਢਾਇਆ। ਪਰ ਪਾਤਸ਼ਾਹ ਜੀ ਕਹਿੰਦੇ, ਆਪਣੇ ਸੱਭਿਆਚਾਰ ਨੂੰ, ਆਪਣੀ ਵਿਰਾਸਤ ਨੂੰ ਤੂੰ ਭੁਲਾ ਨਾ ਜਾਣਾ। ਕਾਰਨ ਪਤਾ ਕੀ ਹੈ? ਕਿਉਂਕਿ ਜਦੋਂ ਆਪਣੇ ਮੂਲ ਦੀ ਪਛਾਣ ਹੀ ਨਹੀਂ ਕਰ ਰਿਹਾ, ਫਿਰ ਤੂੰ ਜੁੜੇ ਨਹੀਂ ਸਕਦਾ ਕਿਸੇ ਚੀਜ਼ ਨਾਲ। ਪਾਤਸ਼ਾਹ ਦੀ ਬਾਣੀ ਇੱਥੇ ਹੀ ਗੱਲ ਕਹਿੰਦੀ ਹੈ, ਭਾਈ ਆਪਣੇ ਮੁੱਢ ਦੀ, ਆਪਣੇ ਮੂਲ ਦੀ ਪਛਾਣ ਕਰ। ਜੇ ਮੂਲ ਦੀ ਪਛਾਣ ਨਾ ਕਰੀ, ਜੇ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਨਾ ਫੜਿਆ, ਤੇਰੀ ਜ਼ਿੰਦਗੀ ਵਿੱਚ ਚਿੰਤਾ ਨੇ ਜਨਮ ਲੈ ਲੈਣਾ ਹੈ, ਝੋਰਿਆਂ ਨੇ ਜਨਮ ਲੈ ਲੈਣਾ ਹੈ।
ਫਿਕਰਾਂ ਨੇ ਜਨਮ ਲੈ ਲੈਣਾ ਤੇਰੀ ਜ਼ਿੰਦਗੀ ਅੰਦਰ, ਕਿਉਂ ਗੁਰਬਾਣੀ ਤੇਰੀ ਜ਼ਿੰਦਗੀ ਵਿੱਚ ਹਨੇਰੇ ਨੂੰ ਕੱਢ ਕੇ ਚਾਨਣ ਕਰਦੀ ਹੈ, ਪ੍ਰਕਾਸ਼ ਕਰਦੀ ਹੈ। ਸਤਿਗੁਰੂ ਮਹਾਰਾਜ ਅਗਲੇ ਸ਼ਲੋਕ ਅੰਦਰ ਜਿਹੜੀ ਵਿਆਖਿਆ ਸਾਨੂੰ ਸਮਝਾ ਰਹੇ ਨੇ, ਮਹੱਲਾ ਪੰਜਵਾ। ਮਹਾਰਾਜ ਕਹਿੰਦੇ ਵਿਸਾਰ ਦੇ ਮਰ ਗਏ, ਮਰ ਭੇ ਨਾ ਸਕੈ ਮੂਲ। ਪਾਤਸ਼ਾਹ ਜੀ ਇੱਥੇ ਵਿਚਾਰ ਦੇ ਰਹੇ ਨੇ ਜੀ ਆਪਾਂ ਨੂੰ, ਪਰਮਾਤਮਾ ਨੂੰ ਵਿਸਾਰਨ ਵਾਲੇ ਬੰਦੇ ਸਤਿਗੁਰੂ ਮਹਾਰਾਜ ਕਹਿੰਦੇ ਮਰੇ ਹੋਏ ਜਾਣੋ। ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇੱਕ ਰੱਬ, ਇੱਕ ਵਾਹਿਗੁਰੂ, ਇੱਕ ਮਾਲਕ ਆਪਣੀ ਜ਼ਿੰਦਗੀ ਅੰਦਰੋਂ ਵਿਸਾਰ ਦਿੱਤਾ, ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿੱਤਾ, ਉਹ ਬੰਦੇ ਜਿਉਂਦੇ ਨਹੀਂ ਹਨ। ਗੁਰੂ ਦੀ ਬਾਣੀ ਕਹਿੰਦੀ ਉਹ ਮਰ ਗਏ ਨੇ। ਸਰੀਰ ਤੁਰਿਆ ਫਿਰਦਾ, ਅੱਖਾਂ ਵੇਖਦੀਆਂ ਨੇ, ਹੱਥ ਪੈਰ ਕੰਮ ਕਰਦੇ ਨੇ, ਪਰ ਜ਼ਮੀਰ ਉਹਨਾਂ ਦੀ ਮਰ ਗਈ ਹੈ। ਆਪਣੇ ਅੰਦਰ ਉਹਨਾਂ ਨੇ ਮਾਰ ਲਿਆ ਆਪਣੇ ਆਪ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਵਿਸਾਰ ਦੇ ਮਰ ਗਏ, ਮਰ ਭੇ ਨਾ ਸਕੈ ਮੂਲ। ਪਰ ਉਹ ਚੰਗੀ ਤਰ੍ਹਾਂ ਮਰ ਵੀ ਨਹੀਂ ਸਕਦੇ। ਮਰ ਤਾਂ ਗਏ ਪਰ ਚੰਗੀ ਤਰ੍ਹਾਂ ਮਰੇ ਵੀ ਨਹੀਂ। ਮਹਾਰਾਜ ਕਹਿੰਦੇ ਫਰੀਦ ਸਾਹਿਬ ਦੇ ਬਚਨ ਬੜੇ ਪਿਆਰੇ ਨੇ ਜੀ ਬਾਣੀ ਅੰਦਰ। ਫਰੀਦ ਸਾਹਿਬ ਜੀ ਤਾਂ ਕਹਿੰਦੇ ਜੇ ਤਾਂ ਇੱਕ ਰੱਬ ਨਾਲ ਨਹੀਂ ਜੁੜਨਾ, ਇੱਕ ਪ੍ਰਮਾਤਮਾ ਨਾਲ ਨਹੀਂ ਜੁੜਨਾ, ਇੱਕ ਰੱਬ ਤੇ ਆਪਣੀ ਟੇਕ ਵਿਸ਼ਵਾਸ ਨਹੀਂ ਰੱਖਣੀ, ਤਾਂ ਤੇਰਾ ਦੁਨੀਆ ਤੇ ਸੰਸਾਰ ਤੇ ਆਏ ਦਾ ਕੋਈ ਫਾਇਦਾ ਨਹੀਂ ਹੈ। ਉਸੇ ਵਕਤ ਤੇਰਾ ਖਾਤਮਾ ਕਰ ਦਿੰਦੇ ਤਾਂ ਚੰਗਾ ਹੁੰਦਾ। ਫਰੀਦ ਸਾਹਿਬ ਜੀ ਆਪਣੇ ਸ਼ਲੋਕਾਂ ਅੰਦਰ ਵੀ ਕਹਿੰਦੇ ਨੇ। ਇੱਥੇ ਜਿਹੜੇ ਆਪਾਂ ਵਿਚਾਰ ਸਮਝ ਰਹੇ ਹਾਂ, ਪਾਤਸ਼ਾਹ ਜੀ ਕਹਿ ਰਹੇ ਨੇ ਵਿਸਾਰ ਦੇ ਮਰ ਗਏ, ਮਰ ਭੇ ਨ ਸਕੈ ਮੂਲ। ਬੇਮ ਖੋਏ ਰਾਮ ਤੇ ਜੋ ਤਸਕਰ ਉੱਪਰ ਸੂਲ। ਜਿਨ੍ਹਾਂ ਨੇ ਪ੍ਰਭੂ ਵੱਲੋਂ ਮੂੰਹ ਮੋੜਿਆ ਹੋਇਆ ਹੈ ਉਹ ਹਨ ਜਿਵੇਂ ਸੂਲੀ ਉੱਤੇ ਚਾੜੇ ਹੋਏ ਚੋਰ ਹੁੰਦੇ ਨੇ। ਤਸਕਰ ਉੱਪਰ ਸੂਲ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਵੱਲੋਂ ਆਪਣਾ ਮੁੱਖ ਮੋੜ ਲਿਆ, ਜਿਨ੍ਹਾਂ ਨੇ ਚੰਗਿਆਈ ਵੱਲੋਂ, ਸੱਚ ਦੇ ਰਾਹ ਵੱਲੋਂ, ਗੁਰੂ ਵਾਲੇ ਮਾਰਗ ਵੱਲੋਂ ਆਪਣਾ ਮੂੰਹ ਮੋੜ ਲਿਆ, ਪਾਤਸ਼ਾਹ ਜੀ ਕਹਿੰਦੇ ਉਹ ਇਸ ਤਰ੍ਹਾਂ ਨੇ ਜਿਵੇਂ ਕੋਈ ਚੋਰ ਚੋਰੀ ਕਰਕੇ ਲੁਕਦਾ ਨਾ, ਛਿਪਦਾ। ਜੇ ਮੈਂ ਫੜਿਆ ਗਿਆ ਸੂਲੀ ਤੇ ਚਾੜ ਲਿਆ ਜਾਣਾ, ਸਜ਼ਾ ਦੇਣੀ ਹੈ। ਪਰ ਮਹਾਰਾਜ ਕਹਿੰਦੇ ਬੇਮੁਖ ਬੰਦਿਆਂ ਦੀ ਹਾਲਤ ਵੀ ਐਸੀ ਹੁੰਦੀ ਹੈ ਜਿਨ੍ਹਾਂ ਨੇ ਜ਼ਿੰਦਗੀ ਵਿੱਚੋਂ ਇੱਕ ਪ੍ਰਮਾਤਮਾ ਨੂੰ ਵਿਸਾਰ ਦਿੱਤਾ। ਪੌੜੀ ਅੰਦਰ ਮਹਾਰਾਜ ਕਹਿ ਰਹੇ ਨੇ ਜੀ ਸੁਖ ਨਿਧਾਨ ਪ੍ਰਭ ਏਕ ਹੈ ਅਵਿਨਾਸ਼ੀ ਸੁਣਿਆ। ਆਪਾਂ ਉੱਪਰ ਦੋ ਸ਼ਲੋਕਾਂ ਦੀ ਵਿਚਾਰ ਕੀਤੀ ਹੈ ਜੀ, ਅੱਗੇ ਪੌੜੀ ਦੀ ਵਿਚਾਰ ਸ਼ੁਰੂ ਹੋ ਗਈ। ਸੁਖ ਨਿਧਾਨ ਦਾ ਅਰਥ ਪਹਿਲਾਂ ਸਮਝਿਓ ਧਿਆਨ ਨਾਲ। ਸੁਖ ਨਿਧਾਨ, ਸੁਖ ਨਿਧਾਨ ਦਾ ਅਰਥ ਹੈ ਸੁੱਖਾਂ ਦਾ ਖਜ਼ਾਨਾ ਪ੍ਰਮਾਤਮਾ। ਦੁਬਾਰਾ ਫਿਰ ਮੈਂ ਦੱਸਦਾ ਜੀ, ਸੁਖ ਨਿਧਾਨ ਪ੍ਰਭ ਏਕ ਹੈ ਅਵਿਨਾਸ਼ੀ ਸੁਣਿਆ। ਜਿਹੜਾ ਸੁਖ ਨਿਧਾਨ ਆ ਨਾ ਪ੍ਰਭੂ, ਉਹ ਕਦੇ ਮਰਦਾ ਨਹੀਂ ਹੁੰਦਾ, ਅਵਿਨਾਸ਼ੀ ਹੈ ਉਹ। ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਅੰਦਰ ਇਹ ਸ਼ਬਦ ਬਹੁਤ ਵਾਰ ਆਵੇਗਾ ਜੀ, ਸੁਖ ਨਿਧਾਨ। ਪਰ ਇਸ ਸ਼ਬਦ ਦੀ ਵਰਤੋਂ ਸੰਸਾਰ ਅੰਦਰ ਬਹੁਤ ਗਲਤ ਕੀਤੀ ਜਾਂਦੀ ਹੈ। ਸੁੱਖ ਨਿਧਾਨ ਦਾ ਨਾਮ ਵਰਤ ਕੇ ਜੀ ਕਿਵੇਂ ਸੁੱਖੇ ਨੂੰ ਘੋਟ-ਘੋਟ ਕੇ ਪੀਆ ਜਾਂਦਾ ਹੈ। ਕਿ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਸਾਡਾ ਵਿਰਾਸਤ, ਸਾਡੀ ਸੱਭਿਆਚਾਰ, ਸਾਡਾ ਜਿਹੜਾ ਅਸਲੀ ਸੱਭਿਆਚਾਰ ਹੈ, ਸਾਡੇ ਵੱਡੇ ਪੁਰਖ ਅਕਾਲੀ ਫੂਲਾ ਸਿੰਘ ਵਰਗੇ, ਕਿ ਉਹਨਾਂ ਦੇ ਜੀਵਨ ਵਿੱਚ ਇਸ ਤਰ੍ਹਾਂ ਦੀ ਵਿਚਾਰ ਕਦੇ ਅਸੀਂ ਪੜ੍ਹੀ ਹੈ ਜਾਂ ਵਿਚਾਰੀ ਹੈ ਕਿ ਉਹ ਇਸ ਤਰ੍ਹਾਂ ਸੁੱਖ ਨਿਧਾਨ ਜੋ ਅੱਜ ਪ੍ਰਚਲਿਤ ਕਰ ਦਿੱਤਾ ਗਿਆ ਪੀਂਦੇ ਸੀ। ਇੱਥੇ ਬਾਣੀ ਤਾਂ ਇਹ ਗੱਲ ਕਹਿੰਦੀ ਹੈ ਸੁੱਖ ਨਿਧਾਨ ਰੱਬ ਹੈ, ਸੁੱਖਾਂ ਦਾ ਖਜ਼ਾਨਾ ਪਰਮਾਤਮਾ ਹੈ। ਮਾਫ ਕਰਨਾ, ਇੱਥੇ ਗੁਰੂ ਕਾ ਬਾਣਾ ਪਾ ਕੇ ਕਿੰਨਾ ਕੁਝ ਕੀਤਾ ਜਾਂਦਾ ਹੈ। ਸੁੱਖ ਨਿਧਾਨ ਕਹਿ ਗਿਆ ਕਿ ਕਿਵੇਂ ਘੋਟੇ ਲਾ ਲਾ ਕੇ ਸਭ ਕੁਝ ਕਹਿ ਕੇ ਛਕਿਆ ਜਾਂਦਾ ਹੈ। ਬਾਣੀ ਨੇ ਤਾਂ ਸੁੱਖ ਨਿਧਾਨ ਪਰਮਾਤਮਾ ਨੂੰ ਮੰਨਿਆ। ਮਹਾਰਾਜ ਕਹਿੰਦੇ ਜਲ ਥਲ ਮਹੀਅਲ ਪੂਰਿਆ, ਘਟ ਘਟ ਹਰ ਭਣਿਆ। ਜੋ ਜਲ ਦੇ ਵਿੱਚ ਵੀ ਹੈ, ਥਲ ਦੇ ਵਿੱਚ ਵੀ ਹੈ, ਮਹੀਅਲ ਧਰਤੀ ਵਿੱਚ ਵੀ ਹੈ, ਧਰਤੀ ਦੇ ਉੱਤੇ, ਧਰਤੀ ਦੇ ਵਿੱਚ ਪੂਰਿਆ, ਘਟ ਘਟ ਹਰ ਭਣਿਆ। ਉਹ ਪੂਰਾ ਪਰਮਾਤਮਾ ਸਾਰੇ ਕਿਤੇ ਰਮਿਆ ਹੋਇਆ ਹੈ। ਊਚ ਨੀਚ ਸਭ ਇੱਕ ਸਮਾਨ, ਕੀਟ ਹਸਤੀ ਬਣਿਆ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਇਸ ਪਾਵਨ ਪਵਿੱਤਰ ਪੰਕਤੀ ਦੇ ਅੰਦਰ
ਪਾਤਸ਼ਾਹ ਜੀ ਕਹਿੰਦੇ ਉੱਚੇ ਨੀਵੇਂ ਸਾਰੇ ਜੀਵਾਂ ਵਿੱਚ ਇੱਕੋ ਜਿਹਾ ਵਰਤ ਰਿਹਾ ਹੈ। ਹੁਣ ਉੱਚਾ ਨੀਵਾਂ ਕਿਹਨੇ ਬਣਾਇਆ? ਰੱਬ ਨੇ ਕਿਸੇ ਨੂੰ ਨਾ ਉੱਚਾ ਬਣਾਇਆ, ਰੱਬ ਨੇ ਨਾ ਕਿਸੇ ਨੂੰ ਨੀਵਾਂ ਬਣਾਇਆ। ਸਿੰਪਲ ਸ਼ਬਦਾਂ ਵਿੱਚ ਕਹਾਂ, ਰੱਬ ਕਿਸੇ ਨੂੰ ਗਰੀਬ ਨਹੀਂ ਬਣਾਉਂਦਾ, ਰੱਬ ਕਿਸੇ ਨੂੰ ਅਮੀਰ ਨਹੀਂ ਬਣਾਉਂਦਾ। ਬੰਦਾ ਆਪਣੀ ਤਰੱਕੀ ਕਰਕੇ, ਆਪਣੀ ਮਿਹਨਤ ਕਰਕੇ ਮੁਕਾਮ ਤੇ ਮੰਜ਼ਿਲ ਤੇ ਪਹੁੰਚ ਜਾਂਦਾ। ਜਿਹੜੇ ਬੰਦੇ ਮਿਹਨਤ ਮੁਸ਼ੱਕਤ ਕਰਦੇ ਨੇ ਨਾ, ਉਹ ਮੰਜ਼ਿਲ ਪਾਰ ਕਰ ਜਾਂਦੇ ਨੇ। ਨਹੀਂ ਤਾਂ ਸਾਡੇ ਸਮਾਜ ਅੰਦਰ ਪਤਾ ਕੀ ਵਰਤਦਾ, ਬਹੁਤੇ ਲੋਕ ਆਪਣੇ ਆਪ ਨੂੰ ਕੋਸਦੇ ਰਹਿਣਗੇ, ਸਾਡੇ ਤਾਂ ਜੀ ਮਾੜੇ ਕਰਮ ਨੇ, ਅਸੀਂ ਕਿੱਥੇ ਅੱਗੇ ਵਧਣਾ, ਅਸੀਂ ਕਿੱਥੇ ਕੁਝ ਕਰਨਾ ਹੈ। ਕਿਉਂਕਿ ਪ੍ਰਮਾਤਮਾ ਨੇ ਸਭ ਨੂੰ ਇੱਕੋ ਜਿਹਾ ਬਣਾਇਆ, ਇੱਕੋ ਜਿਹਾ ਪੈਦਾ ਕੀਤਾ ਹੈ। ਤਰੱਕੀ ਕਰਨਾ ਅਸੀਂ ਸਾਡੇ ਹੱਥ ਵਿੱਚ ਹੈ, ਤਰੱਕੀ ਅਸੀਂ ਖੁਦ ਆਪ ਕਰਨੀ ਹੈ। ਇਹ ਨਹੀਂ ਵੀ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ, ਆਪਣੇ ਆਪ ਨੂੰ ਕੋਸਦੇ ਰਹੀਏ। ਜੇ ਡੱਕਾ ਤੋੜਨਾ ਹੀ ਨਹੀਂ ਫਿਰ ਕੋਸੀ ਜਾ। ਮਹਾਰਾਜ ਕਹਿੰਦੇ ਰਾਹ ਤੈਨੂੰ ਦਿਖਾ ਦਿੱਤਾ, ਆਹ ਰਾਹ ਉਸ ਮੰਜ਼ਿਲ ਵੱਲ, ਉਸ ਰਸਤਾ ਇਹ ਜਾਂਦਾ ਹੈ, ਇਹ ਰਾਹ ਤੇ ਉੱਤੇ ਚੱਲ ਕੇ ਕੁਝ ਨਾ ਕੁਝ ਪ੍ਰਾਪਤ ਕਰ। ਇੱਥੇ ਮਹਾਰਾਜ ਦਾ ਆਪਾਂ ਵਚਨ ਪੜ੍ਹ ਰਹੇ ਸੀ ਜੀ। ਪਾਤਸ਼ਾਹ ਜੀ ਕਹਿ ਰਹੇ ਨੇ, ਊਚ ਨੀਚ ਸਭ ਏਕ ਸਮਾਨ, ਕੀਟ ਹਸਤੀ ਬਣਿਆ। ਸਤਿਗੁਰ ਮਹਾਰਾਜ ਕਹਿ ਰਹੇ ਨੇ, ਹਰੇਕ ਸਰੀਰ ਵਿੱਚੋਂ ਪ੍ਰਭੂ ਆਪ ਵਸਿਆ ਹੋਇਆ। ਪਾਤਸ਼ਾਹ ਜੀ ਕਹਿੰਦੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਪ੍ਰਭੂ ਦੇ ਬਣਾਏ ਹੋਏ ਨੇ। ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਨੂੰ ਬਣਾਉਣ ਵਾਲਾ ਉਹ ਪ੍ਰਮਾਤਮਾ ਆਪ ਹੀ ਹੈ। ਮੀਤ ਸਖਾ ਸੁਤ ਬੰਧਪੋ ਤਿਸ, ਸਭ ਤਿਸ ਦੇ ਜਣਿਆ। ਸਾਰੇ ਮਿੱਤਰ ਸਖਾ ਬੰਧਪ ਰਿਸ਼ਤੇਦਾਰ ਸਭ ਉਸ ਮਾਲਕ ਦੇ ਬਣਾਏ ਹੋਏ ਨੇ। ਤੁਸ ਨਾਨਕ ਦੇਵੈ ਜਿਸ ਨਾਮ, ਤਿਨ ਹਰ ਰੰਗ ਮਣਿਆ। ਟੁੱਟ ਕੇ ਪਾਤਸ਼ਾਹ ਜੀ ਕਹਿ ਰਹੇ ਨੇ ਅਖੀਰ ਦੇ ਵਿੱਚ, ਜਿਹੜੀ ਆਪਾਂ ਵਿਚਾਰ ਪੜ੍ਹ ਰਹੇ ਹਾਂ ਜੀ, ਜਿਸ ਜੀਵ ਨੂੰ ਪਾਤਸ਼ਾਹ ਜੀ ਕਹਿ ਰਹੇ ਨੇ ਗੁਰੂ ਨਾਨਕ ਟੁੱਟ ਕੇ ਨਾਮ ਦਿੰਦਾ ਹੈ ਨਾ, ਵਿਚਾਰ ਦਿੰਦਾ, ਸਮਝ ਦਿੰਦਾ, ਉਸ ਨੇ ਹਰ ਨਾਮ ਦਾ ਰੰਗ ਮਾਣ ਲਿਆ, ਪਰਮਾਤਮਾ ਦਾ ਰੰਗ ਉਹਨੂੰ ਲੱਗ ਗਿਆ। ਗੁਰੂ ਕਿਰਪਾ ਕਰੇ ਜੀ, ਅਸੀਂ 2 ਸ਼ਲੋਕ ਤੇ 1 ਪੌੜੀ ਦੀ ਆਪਾਂ ਵਿਚਾਰ ਕੀਤੀ ਹੈ। ਸ਼ਲੋਕਾਂ ਅੰਦਰ ਮਹਾਰਾਜ ਨੇ ਇਹੋ ਗੱਲ ਕੀਤੀ, ਆਪਣੇ ਮੂਲ ਦੀ ਪਛਾਣ ਕਰਕੇ ਜ਼ਿੰਦਗੀ ਨੂੰ ਸਵਾਰੀਏ, ਜ਼ਿੰਦਗੀ ਨੂੰ ਸੋਹਣਾ ਬਣਾਈਏ, ਆਪਣੀ ਜ਼ਮੀਰ ਨੂੰ ਨਾ ਮਾਰੀਏ, ਜ਼ਮੀਰ ਨੂੰ ਜਗਾਈਏ। ਦੂਸਰੇ ਸ਼ਲੋਕ ਅੰਦਰ ਮਹਾਰਾਜ ਕਹਿ ਰਹੇ ਨੇ, ਜਿਹੜੇ ਬੇਮੁਖ ਹੋ ਜਾਂਦੇ ਨੇ ਪਰਮਾਤਮਾ ਵੱਲੋਂ, ਉਹ ਫਿਰ ਭਟਕਦੇ ਫਿਰਦੇ ਨੇ। ਪੌੜੀ ਦੇ ਅੰਦਰ ਮਹਾਰਾਜ ਇਹੀ ਗੱਲ ਕਹਿ ਰਹੇ ਨੇ, ਸੁੱਖ ਨਿਧਾਨ, ਸੁੱਖਾਂ ਦਾ ਖਜ਼ਾਨਾ ਪਰਮਾਤਮਾ ਵਾਹਿਗੁਰੂ ਆਪ ਹੈ, ਸਾਰੇ ਕਿਤੇ ਰਮਿਆ ਹੋਇਆ। ਉਹ ਸਾਡਾ ਮਿੱਤਰ ਵੀ ਹੈ, ਸਾਡਾ ਭਰਾ ਸਕਾ, ਸਭ ਕੁਝ ਉਹੀ ਹੈ। ਮਹਾਰਾਜ ਕਹਿੰਦੇ ਜਿਹਨੂੰ ਮਾਲਕ ਟੁੱਟ ਕੇ ਨਾਮ ਦਿੰਦਾ ਹੈ ਨਾ, ਉਹ ਉਹਦੇ ਨਾਮ ਵਿੱਚ ਰੰਗਿਆ ਜਾਂਦਾ। ਗੁਰੂ ਕਿਰਪਾ ਕਰੇ ਸੀ ਇਹ ਸੀ ਲੜੀਵਾਰ ਵਿਚਾਰ ਜਿਹੜੀ ਆਪਾਂ ਰੋਜ਼ਾਨਾ ਰੂਟੀਨ ਦੇ ਵਿੱਚ ਕਰਦੇ ਹਾਂ। ਆਓ ਗੁਰਮੁਖ